ਗੁੱਡ ਮਾਰਨਿੰਗ ਸਟੂਡੈਂਟਸ। ਟ੍ਰੇਨ ਟੂਰਿਜ਼ਮ ਐਂਡ ਹੌਸਪਿਟੈਲਿਟੀ ਵਿੱਚ ਤੁਹਾਡਾ ਸਵਾਗਤ ਹੈ। ਕਲਾਸ 11th ਯੂਨਿਟ 8 4th ਈਅਰ ਪੈਟਰਨ ਯੋਬਰੋਲ ਟੂਰ ਗਾਈਡ। ਅੱਜ ਦਾ ਟੌਪਿਕ ਹੈ ਕਲਚਰਲ ਟੂਰਿਜ਼ਮ ਰਿਸੋਰਸ ਆਫ ਇੰਡੀਆ, ਯਾਨੀ ਕਿ ਭਾਰਤ ਦੇ ਸੱਭਿਆਚਾਰਕ ਸੈਰ ਸਪਾਟਾ ਸਰੋਤ। ਭਾਰਤ ਦਾ ਨਾਮ ਸਿੰਧ ਸ਼ਬਦ ਤੋਂ ਆਇਆ ਹੈ, ਜਿਹੜਾ ਕਿ ਹਿੰਦੂ ਦੇ ਫਾਰਸੀ ਸ਼ਬਦ ਤੋਂ ਲਿਆ ਗਿਆ ਹੈ, ਸੰਸਕ੍ਰਿਤ ਸ਼ਬਦ ਸਿੱਧੂ ਤੋਂ। ਹੁਣ ਭਾਰਤ ਪ੍ਰਸਿੱਧ ਤੌਰ 'ਤੇ ਭਾਰਤ ਅਤੇ ਹਿੰਦੁਸਤਾਨ ਵਜੋਂ ਜਾਣਿਆ ਜਾਂਦਾ ਹੈ। ਪੁਰਾਣੇ ਸਮੇਂ ਤੋਂ ਭਾਰਤ ਆਪਣੇ ਸੱਭਿਆਚਾਰ, ਵਿਰਾਸਤ ਅਤੇ ਪਰੰਪਰਾ ਲਈ ਜਾਣਿਆ ਜਾਂਦਾ ਰਿਹਾ ਹੈ। ਸੱਭਿਆਚਾਰਕ ਸਰੋਤ ਇਹ ਕੋਈ ਪੁਰਾਣੀ ਇਤਿਹਾਸਿਕ ਅਵਸ਼ੇਸ਼ ਜਾਂ ਪੁਰਾਣੀਆਂ ਮਨੁੱਖੀ ਗਤੀਵਿਧੀਆਂ ਦੇ ਸੰਕੇਤਕ ਹੁੰਦੇ ਹਨ, ਜਿਨ੍ਹਾਂ ਵਿੱਚ ਕਲਾਤਮਕ ਸਾਈਟਾਂ, ਢਾਂਚਿਆਂ, ਲੈਂਡਸਕੇਪ ਅਤੇ ਵਿਗਿਆਨਿਕ, ਰਵਾਇਤੀ, ਧਾਰਮਿਕ ਜਾਂ ਹੋਰ ਕਾਰਨਾਂ ਕਰਕੇ ਇੱਕ ਸੱਭਿਆਚਾਰ ਜਾਂ ਭਾਈਚਾਰੇ ਲਈ ਮਹੱਤਵਪੂਰਨ ਚੀਜ਼ਾਂ ਸ਼ਾਮਿਲ ਹਨ। ਸੱਭਿਆਚਾਰ ਤੇਜ਼ੀ ਨਾਲ ਸੈਰ ਸਪਾਟਾ ਉਤਪਾਦਾਂ ਦਾ ਇੱਕ ਮਹੱਤਵਪੂਰਨ ਤੱਤ ਹੈ, ਜੋ ਇੱਕ ਭੀੜ ਭੜੱਕੇ ਵਾਲੇ ਵਿਸ਼ਵ ਵਿਆਪੀ ਬਾਜ਼ਾਰ ਵਿੱਚ ਵੱਖਰਾਪਨ ਪੈਦਾ ਕਰਦਾ ਹੈ। ਉਸ ਸਮੇਂ ਸੈਰ ਸਪਾਟਾ ਸੱਭਿਆਚਾਰ ਨੂੰ ਵਧਾਉਣ ਅਤੇ ਆਮਦਨੀ ਪੈਦਾ ਕਰਨ ਦਾ ਇੱਕ ਮਹੱਤਵਪੂਰਨ ਸਾਧਨ ਪ੍ਰਦਾਨ ਕਰਦਾ ਹੈ, ਜੋ ਸੱਭਿਆਚਾਰਕ ਵਿਰਾਸਤ, ਸੱਭਿਆਚਾਰਕ ਉਤਪਾਦਨ ਅਤੇ ਸਿਰਜਣਾਤਮਕ ਦਾ ਸਮਰਥਨ ਅਤੇ ਮਜ਼ਬੂਤ ਕਰ ਸਕਦਾ ਹੈ। ਸੱਭਿਆਚਾਰਕ ਸੈਰ ਸਪਾਟੇ ਦੀਆਂ ਕਿਸਮਾਂ: ਆਰਕੀਟੈਕਚਰ ਅਤੇ ਪੁਰਾਤੱਤਵ ਖਜ਼ਾਨੇ, ਰਸੋਈ ਗਤੀਵਿਧੀਆਂ, ਤਿਉਹਾਰ ਜਾਂ ਸਮਾਗਮ, ਇਤਿਹਾਸਿਕ ਜਾਂ ਵਿਰਾਸਤੀ ਥਾਵਾਂ, ਅਜਾਇਬ ਘਰ ਅਤੇ ਪ੍ਰਦਰਸ਼ਨੀਆਂ, ਰਾਸ਼ਟਰੀ ਪਾਰਕ, ਜੰਗਲੀ ਜੀਵ ਰੱਖਾਂ, ਧਾਰਮਿਕ ਸਥਾਨ, ਮੰਦਰ, ਮਸਜਿਦ ਆਦਿ। ਭਾਵ ਕਿ ਭਾਰਤ ਦੇ ਵਿਭਿੰਨ ਰਸੋਈ ਗਤੀਵਿਧੀਆਂ, ਇੱਥੋਂ ਦਾ ਭਵਨ ਨਿਰਮਾਣ ਕਲਾ, ਇੱਥੋਂ ਦੇ ਵਿਭਿੰਨ ਧਰਮਾਂ ਦੇ ਨਾਲ ਸੰਬੰਧਿਤ ਤਿਉਹਾਰ, ਸਮਾਗਮ, ਅਜਾਇਬ ਘਰ, ਪ੍ਰਦਰਸ਼ਨੀਆਂ, ਰਾਸ਼ਟਰੀ ਪਾਰਕ, ਜੰਗਲੀ ਜੀਵ ਰੱਖਾਂ ਅਤੇ ਧਾਰਮਿਕ ਸਥਾਨ, ਇਹ ਸਾਰੇ ਹੀ ਸੈਲਾਨੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹਨ। ਸੱਭਿਆਚਾਰਕ ਸਰੋਤ ਮਹੱਤਵਪੂਰਨ ਕਿਉਂ? ਕੁਦਰਤੀ ਸਰੋਤਾਂ ਨੂੰ ਸੰਤੁਲਨ ਵਿੱਚ ਰੱਖਣਾ ਸਿਹਤਮੰਦ ਅਤੇ ਲਾਭਕਾਰੀ ਖੇਤੀ ਵਾਤਾਵਰਣ ਲਈ ਆਧਾਰ ਪ੍ਰਦਾਨ ਕਰਨ ਵਿੱਚ ਸਹਾਇਤਾ ਕਰਦਾ ਹੈ। ਸੱਭਿਆਚਾਰਕ ਸਰੋਤ ਰੱਖਣਾ ਸਾਡੇ ਮਨੁੱਖ ਅਤੀਤ ਨੂੰ ਸਮਝਣ ਦਾ ਆਧਾਰ ਪ੍ਰਦਾਨ ਕਰਦਾ ਹੈ। ਇਹ ਗੈਰ ਨਵਿਆਉਣਯੋਗ ਸਰੋਤਾਂ ਦੀ ਜ਼ਿੰਮੇਵਾਰੀ ਸੰਭਾਲ ਨੈਤਿਕਤਾ ਦੀ ਇੱਕ ਮਹੱਤਵਪੂਰਨ ਕੜੀ ਹੈ, ਜੋ NRCS ਮਿਸ਼ਨ ਨੂੰ ਦਰਸਾਉਂਦੀ ਹੈ। NRCS ਮਤਲਬ ਨੈਚੁਰਲ ਰਿਸੋਰਸ ਕੰਜ਼ਰਵੇਸ਼ਨ ਸਰਵਿਸ ਹੈ। ਹੁਣ ਗੱਲ ਕਰਦੇ ਹਾਂ ਕਿ ਸੱਭਿਆਚਾਰਕ ਸੈਰ ਸਪਾਟਾ ਦਾ ਫਾਇਦਾ ਕੀ ਹੈ। ਸੱਭਿਆਚਾਰਕ ਸੈਰ ਸਪਾਟਾ ਕਾਰਨ ਬਹੁਤ ਸਾਰੇ ਨੌਜਵਾਨ ਵਰਗ ਨੂੰ ਨੌਕਰੀਆਂ ਮਿਲਦੀਆਂ ਹਨ, ਨਵੇਂ ਕਾਰੋਬਾਰ ਦੇ ਮੌਕੇ ਮਿਲਦੇ ਹਨ, ਸਥਾਨਕ ਆਰਥਿਕਤਾਵਾਂ ਮਜ਼ਬੂਤ ਹੁੰਦੀਆਂ ਹਨ। ਇਹ ਕੁਦਰਤੀ ਅਤੇ ਸੱਭਿਆਚਾਰਕ ਸਰੋਤਾਂ ਦੀ ਰੱਖਿਆ ਕਰਦਾ ਹੈ, ਜੋ ਸੇਵਾਵਾਂ ਅਤੇ ਆਕਰਸ਼ਣ ਵਿੱਚ ਹਿੱਸਾ ਲੈਣ ਵਾਲੇ ਵਸਨੀਕਾਂ ਅਤੇ ਯਾਤਰੀਆਂ ਲਈ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰਦਾ ਹੈ। ਭਾਵ ਕਿ ਜਦੋਂ ਸੈਲਾਨੀ ਵੱਖ-ਵੱਖ ਦੇਸ਼ਾਂ ਵਿੱਚ ਸੈਰ ਸਪਾਟਾ ਕਰਨ ਜਾਂਦੇ ਹਨ, ਤਾਂ ਉੱਥੇ ਰੁਜ਼ਗਾਰ ਦੇ ਮੌਕੇ ਉੱਥੋਂ ਦੇ ਨਾਗਰਿਕਾਂ ਲਈ ਵੱਧ ਜਾਂਦੇ ਹਨ। ਉਹ ਆਪਣੀ ਸਕਿੱਲ ਦਾ ਪ੍ਰਗਟਾਵਾ ਕਰਦੇ ਹਨ, ਆਪਣੇ ਹੁਨਰ ਨੂੰ ਦਰਸਾਉਂਦੇ ਹਨ, ਅਤੇ ਇਸੇ ਕਾਰਨ ਉੱਥੋਂ ਦਾ ਅਰਥ ਵਿਵਸਥਾ ਜਿਹੜੀ ਮਜ਼ਬੂਤ ਹੁੰਦੀ ਹੈ। ਸੱਭਿਆਚਾਰਕ ਸੈਰ ਸਪਾਟਾ ਭਾਰਤ ਦੇ ਵਿੱਚ ਹਾਲ ਦੇ ਸਾਲਾਂ ਵਿੱਚ ਬਹੁਤ ਅੱਗੇ ਲੰਘ ਚੁੱਕਾ ਹੈ, ਕਿਉਂਕਿ ਪੁਰਾਣੇ ਸਮੇਂ ਤੋਂ ਭਾਰਤ ਨੂੰ ਪ੍ਰਾਚੀਨ ਇਤਿਹਾਸ, ਵਿਰਾਸਤ ਅਤੇ ਸੱਭਿਆਚਾਰ ਦੀ ਧਰਤੀ ਮੰਨਿਆ ਜਾਂਦਾ ਹੈ। ਸੋ ਸਮੇਂ-ਸਮੇਂ 'ਤੇ ਪ੍ਰਾਚੀਨ ਇਤਿਹਾਸ, ਮਿਥਿਹਾਸ ਦੇ ਨਾਲ ਸੰਬੰਧਿਤ ਭਾਰਤ ਦੇ ਵਿੱਚ ਪ੍ਰਦਰਸ਼ਨੀਆਂ ਕੀਤੀਆਂ ਜਾਂਦੀਆਂ ਹਨ। ਲੋਕ ਇਹਨਾਂ ਵੱਲ ਆਕਰਸ਼ਿਤ ਹੁੰਦੇ ਹਨ। ਵਿਦੇਸ਼ੀ ਸੈਲਾਨੀ
ਭਾਰਤ ਦੇ ਸੱਭਿਆਚਾਰ ਪ੍ਰਤੀ ਆਕਰਸ਼ਿਤ ਹੁੰਦੇ ਹੋਏ ਚਲੇ ਆਉਂਦੇ ਹਨ ਭਾਰਤ ਦੇ ਵਿੱਚ, ਅਤੇ ਇਸ ਦੇ ਨਾਲ ਭਾਰਤ ਦਾ ਸੈਰ ਸਪਾਟਾ ਕਾਰੋਬਾਰ ਸਿਖਰਾਂ 'ਤੇ ਪਹੁੰਚ ਜਾਂਦਾ ਹੈ। ਸਦੀਆਂ ਤੋਂ ਭਾਰਤ ਦੇ ਬਹੁਤ ਸਾਰੇ ਸ਼ਾਸਕ ਰਹੇ ਹਨ। ਸਮੇਂ-ਸਮੇਂ 'ਤੇ ਬਹੁਤ ਸਾਰੇ ਸ਼ਾਸਕਾਂ ਨੇ ਭਾਰਤ ਦੀ ਧਰਤੀ 'ਤੇ ਰਾਜ ਕੀਤਾ ਅਤੇ ਇਹਨਾਂ ਸਾਰਿਆਂ ਨੇ ਭਾਰਤ ਦੇ ਸੱਭਿਆਚਾਰ ਉੱਤੇ ਪ੍ਰਭਾਵ ਪਾਇਆ। ਨ੍ਰਿਤ, ਸੰਗੀਤ, ਤਿਉਹਾਰ, ਆਰਕੀਟੈਕਚਰ, ਰਵਾਇਤੀ ਰਿਵਾਜਾਂ, ਭੋਜਨ, ਭਾਸ਼ਾਵਾਂ ਵਿੱਚ ਵੱਖ-ਵੱਖ ਸੱਭਿਆਚਾਰਾਂ ਦੇ ਪ੍ਰਭਾਵਾਂ ਨੂੰ ਦੇਖਿਆ ਜਾ ਸਕਦਾ ਹੈ। ਇਹਨਾਂ ਸਾਰੀਆਂ ਵਿਭਿੰਨ ਸੱਭਿਆਚਾਰਾਂ ਦੇ ਪ੍ਰਭਾਵ ਦੇ ਕਾਰਨ ਹੈ ਭਾਰਤ ਦੀ ਵਿਰਾਸਤ ਅਤੇ ਸੱਭਿਆਚਾਰ ਸੰਪੂਰਨ ਅਤੇ ਜੀਵੰਤ ਹੈ। ਸੱਭਿਆਚਾਰ ਵਿੱਚ ਇਹ ਅਮੀਰੀਅਤ ਭਾਰਤ ਨੂੰ ਸੱਭਿਆਚਾਰਕ ਸੈਰ ਸਪਾਟੇ ਨੂੰ ਹੁਲਾਰਾ ਦੇਣ ਵਾਲੀ ਸੱਭਿਆਚਾਰਿਕ ਸੈਰ ਸਪਾਟਾ ਮੰਜ਼ਿਲ ਵਜੋਂ ਪੇਸ਼ ਕਰਨ ਵਿੱਚ ਬਹੁਤ ਅੱਗੇ ਚੱਲ ਰਹੀ ਹੈ। ਸੱਭਿਆਚਾਰਕ ਸੈਲਾਨੀਆਂ ਦੀਆਂ ਪਹਿਲੀਆਂ 3 ਕਿਸਮਾਂ ਉਦੇਸ਼ਪੂਰਨ ਸੈਰ ਸਪਾਟਾ, ਸਧਾਰਨ ਯਾਤਰਾਵਾਂ ਅਤੇ ਸੱਭਿਆਚਾਰਕ ਕਦਰਾਂ ਕੀਮਤਾਂ ਦੀ ਖਾਤਰ ਮੰਜ਼ਿਲ ਦੀ ਚੋਣ ਕਰਨ ਦੇ ਤਜਰਬੇ ਕਾਰਨ ਪ੍ਰਾਇਮਰੀ ਸੱਭਿਆਚਾਰਕ ਸੈਲਾਨੀ ਵਜੋਂ ਮੰਨੀਆਂ ਜਾਂਦੀਆਂ ਹਨ। ਕਲਚਰਲ ਟੂਰਿਜ਼ਮ ਯਾਨੀ ਕਿ ਸੱਭਿਆਚਾਰਕ ਸੈਰ ਸਪਾਟਾ ਸੱਭਿਆਚਾਰ ਨੂੰ ਸਮਾਜਿਕ ਜਾਂ ਸਮਾਜਿਕ ਸਮੂਹ ਦੀ ਵਿਸ਼ੇਸ਼ਤਾ ਵਾਲੇ ਵਿਲੱਖਣ ਆਤਮਿਕ, ਬੌਧਿਕ ਅਤੇ ਭਾਵਨਾਤਮਿਕ ਵਿਸ਼ੇਸ਼ਤਾਵਾਂ ਦੇ ਸਮੁੱਚੇ ਸਮੂਹ ਵਜੋਂ ਪਰਿਭਾਸ਼ਿਤ ਕੀਤਾ ਗਿਆ ਹੈ। ਇਸ ਵਿੱਚ ਨਾ ਸਿਰਫ ਕਲਾਵਾਂ ਅਤੇ ਅੱਖਰ ਹਨ, ਬਲਕਿ ਜ਼ਿੰਦਗੀ ਦੇ ਰੰਗ, ਮਨੁੱਖ ਦੇ ਬੁਨਿਆਦੀ ਅਧਿਕਾਰ, ਮੁੱਲ ਪ੍ਰਣਾਲੀਆਂ, ਪਰੰਪਰਾਵਾਂ, ਵਿਸ਼ਵਾਸ ਸ਼ਾਮਲ ਹਨ। ਮਨੋਰੰਜਨ, ਕਾਰੋਬਾਰ, ਨਿਵਾਸ ਲਈ 1 ਸਾਲ ਤੋਂ ਵੱਧ ਦਾ ਸਮਾਂ ਇਸ ਵਿੱਚ ਸ਼ਾਮਲ ਹੁੰਦੇ ਹਨ। ਭਾਵ ਕਿ ਸੱਭਿਆਚਾਰਿਕ ਸੈਰ ਸਪਾਟੇ ਦੇ ਵਿੱਚ ਵਿਭਿੰਨ ਜਾਤੀਆਂ ਪ੍ਰਜਾਤੀਆਂ ਦੇ ਲੋਕਾਂ ਦੀਆਂ ਵਿਸ਼ੇਸ਼ਤਾਵਾਂ, ਉਹਨਾਂ ਦਾ ਬੌਧਿਕ ਅਤੇ ਆਤਮਿਕ ਭਾਵਨਾਤਮਿਕ ਵਿਕਾਸ ਜਾਂ ਵਿਸ਼ੇਸ਼ਤਾਵਾਂ ਸਭ ਕੁਝ ਸ਼ਾਮਲ ਹੁੰਦਾ ਹੈ। ਉਹਨਾਂ ਦੀਆਂ ਕਲਾਵਾਂ, ਉਹਨਾਂ ਦੇ ਜ਼ਿੰਦਗੀ ਦੇ ਰੰਗ ਢੰਗ ਸਭ ਇਸ ਵਿੱਚ ਸ਼ਾਮਲ ਹੁੰਦੇ ਹਨ। ਸੱਭਿਆਚਾਰਿਕ ਸੈਰ ਸਪਾਟਾ ਇੱਕ ਦੇਸ਼ ਜਾਂ ਖੇਤਰ ਦੇ ਸੱਭਿਆਚਾਰ ਨਾਲ ਸੰਬੰਧਿਤ ਸੈਰ ਸਪਾਟਾ ਸਬਸੈਟ ਹੈ। ਖਾਸ ਤੌਰ 'ਤੇ ਉਹਨਾਂ ਭੂਗੋਲਿਕ ਖੇਤਰਾਂ ਵਿੱਚ ਲੋਕਾਂ ਦੀ ਜੀਵਨ ਸ਼ੈਲੀ, ਉਹਨਾਂ ਦਾ ਇਤਿਹਾਸ, ਉਹਨਾਂ ਦੀ ਕਲਾ, ਆਰਕੀਟੈਕਚਰ, ਧਰਮ, ਹੋਰ ਤੱਤ ਜਿਨ੍ਹਾਂ ਨੇ ਉਹਨਾਂ ਦੇ ਜੀਵਨ ਢੰਗ ਨੂੰ ਢਾਂਚਾ ਸਥਾਪਿਤ ਕਰਨ ਵਿੱਚ ਮਦਦ ਕੀਤੀ। ਸ਼ਹਿਰੀ ਸੱਭਿਆਚਾਰਿਕ ਸੈਰ ਸਪਾਟਾ ਵਿੱਚ ਸ਼ਹਿਰੀ ਖੇਤਰ, ਖਾਸ ਕਰਕੇ ਇਤਿਹਾਸਿਕ ਜਾਂ ਵੱਡੇ ਸ਼ਹਿਰਾਂ ਅਤੇ ਉਹਨਾਂ ਦੀਆਂ ਸੱਭਿਆਚਾਰਿਕ ਸਹੂਲਤਾਂ ਜਿਵੇਂ ਅਜਾਇਬ ਘਰ ਅਤੇ ਥੀਏਟਰ ਵਿੱਚ ਸੈਰ ਸਪਾਟਾ ਸ਼ਾਮਲ ਹੈ। ਇਸ ਵਿੱਚ ਸਵਦੇਸ਼ੀ ਸੱਭਿਆਚਾਰਿਕ ਭਾਈਚਾਰਿਆਂ ਦੀਆਂ ਪਰੰਪਰਾਵਾਂ, ਉਹਨਾਂ ਦੇ ਤਿਉਹਾਰ, ਰਸਮਾਂ, ਕਦਰਾਂ ਕੀਮਤਾਂ, ਉਹਨਾਂ ਦੀ ਜੀਵਨ ਸ਼ੈਲੀ ਨੂੰ ਦਰਸਾਉਂਦੇ ਪੇਂਡੂ ਖੇਤਰਾਂ ਵਿੱਚ ਸੈਰ ਸਪਾਟਾ ਸ਼ਾਮਲ ਕੀਤਾ ਜਾ ਸਕਦਾ ਹੈ। ਭਾਵ ਕਿ ਸੱਭਿਆਚਾਰਿਕ ਸੈਰ ਸਪਾਟੇ ਦੇ ਵਿੱਚ ਲੋਕਾਂ ਦੇ ਵਿਭਿੰਨ ਤਿਉਹਾਰ, ਉਹਨਾਂ ਦੇ ਰਸਮ ਰਿਵਾਜ, ਕਦਰਾਂ ਕੀਮਤਾਂ, ਉਹਨਾਂ ਦੇ ਜੀਵਨ ਢੰਗ ਸ਼ਾਮਲ ਹੁੰਦੇ ਹਨ। ਫੀਚਰਸ ਆਫ ਕਲਚਰਲ ਟੂਰਿਜ਼ਮ ਭਾਰਤੀ ਸੱਭਿਆਚਾਰਕ ਸੈਰ ਸਪਾਟੇ ਦੀਆਂ ਵਿਸ਼ੇਸ਼ਤਾਵਾਂ ਇਹ ਸੱਭਿਆਚਾਰਕ ਗਤੀਵਿਧੀਆਂ ਤਾਕਤ ਬਣਾਉਂਦੀਆਂ ਹਨ ਅਤੇ ਮਾਰਕੀਟ ਕਰਦੀਆਂ ਹਨ। ਵਿਜ਼ਟਰ ਦੇ ਤਜਰਬੇ ਦੀ ਗੁਣਵੱਤਾ ਅਤੇ ਪ੍ਰਮਾਣਿਕਤਾ 'ਤੇ ਜ਼ੋਰ ਦਿੰਦੀਆਂ ਹਨ। ਇਸ ਵਿੱਚ ਉਦੇਸ਼ ਦਾ ਵਰਣਨ ਕਰਨਾ ਨਹੀਂ, ਬਲਕਿ ਵਿਆਪਕ ਪ੍ਰਸੰਗਾਂ ਦੇ ਅਰਥ ਅਤੇ ਸਮਝ ਪ੍ਰਦਾਨ ਕਰਨਾ ਹੈ। ਗਿਆਨ ਦੀ ਮੰਗ ਵਾਲੇ ਮੁਲਾਕਾਤ ਅਤੇ ਕਿਸੇ ਜਗ੍ਹਾ ਦੀ ਅਮੀਰੀ ਅਤੇ ਵੱਖਰਤਾ ਅਤੇ ਸੱਭਿਆਚਾਰ ਨੂੰ ਦਰਸਾਉਂਦਾ ਹੈ। ਇਹ ਸੈਲਾਨੀ ਅਤੇ ਮੇਜ਼ਬਾਨ ਭਾਈਚਾਰਿਆਂ ਦੋਵਾਂ ਵਿੱਚ ਸ਼ਾਮਲ ਹੈ। ਇਹ ਲੋਕਾਂ ਤੋਂ ਨਵਾਂ ਸੈਰ ਸਪਾਟਾ ਉਤਪਾਦ ਤਿਆਰ ਕਰ ਸਕਦਾ ਹੈ। ਇਹ ਨਵੀਂ ਪੂੰਜੀ ਨਿਵੇਸ਼ ਦੇ ਉੱਚ ਪੱਧਰਾਂ 'ਤੇ ਨਿਰਭਰ ਨਹੀਂ ਕਰਦਾ,
ਇਹ ਸੱਭਿਆਚਾਰ ਤੇ ਗਤੀਸ਼ੀਲ ਅਤੇ ਬਦਲਦੇ ਸੁਭਾਅ ਨੂੰ ਪਛਾਣਦਾ ਹੈ। ਇਹ ਵਿਜ਼ਟਰ ਅਤੇ ਨਾਈਟ ਪ੍ਰਬੰਧਨ ਪ੍ਰੋਗਰਾਮਾਂ ਨੂੰ ਵਿਕਸਿਤ ਕਰਦਾ ਹੈ। ਇਹ ਵਾਤਾਵਰਣ ਦੇ ਵਿਗਾੜ ਅਤੇ ਸੱਭਿਆਚਾਰਕ ਸ਼ੋਸ਼ਣ ਨੂੰ ਘੱਟ ਕਰ ਸਕਦਾ ਹੈ। ਕਲਚਰਲ ਟੂਰਿਜ਼ਮ ਇਨ ਇੰਡੀਆ, ਭਾਰਤ ਦੇ ਵਿੱਚ ਸੱਭਿਆਚਾਰਕ ਸੈਰ ਸਪਾਟਾ। ਭਾਰਤ ਦੇ ਇਤਿਹਾਸਿਕ ਅਤੇ ਪੁਰਾਤਤਵ ਸਮਾਰਕਾਂ ਨੂੰ ਅੰਤਰਰਾਸ਼ਟਰੀ ਆਕਰਸ਼ਿਤ ਕਰਨ ਵਿੱਚ ਸਭ ਤੋਂ ਵੱਡਾ ਖਿੱਚ ਸੈਲਾਨੀ ਹੈ। ਭਾਵ ਕਿ ਸੈਲਾਨੀ ਇੱਥੋਂ ਦੀ ਭਵਨ ਕਲਾ ਨਿਰਮਾਣ ਨੂੰ ਦੇਖਦੇ ਹੋਏ, ਇੱਥੋਂ ਦੀ ਕਲਾ ਨੂੰ ਦੇਖਦੇ ਹੋਏ ਇਸ ਵੱਲ ਖਿੱਚੇ ਜਾਂਦੇ ਹਨ ਅਤੇ ਦੂਰੋਂ ਦੂਰੋਂ ਲੋਕ ਇੱਥੋਂ ਦੀ ਭਵਨ ਕਲਾ ਨਿਰਮਾਣ ਨੂੰ ਦੇਖਣ ਆਉਂਦੇ ਹਨ। ਇਸ ਤੱਥ ਦੀ ਪੁਸ਼ਟੀ ਪਾਟਾ ਯਾਨੀ ਕਿ ਪੈਸੀਫਿਕ ਏਰੀਆ ਟਰੈਵਲ ਐਸੋਸੀਏਸ਼ਨ ਦੁਆਰਾ ਕੀਤੇ ਗਏ ਇੱਕ ਸਰਵੇਖਣ ਦੁਆਰਾ ਕੀਤੀ ਗਈ ਹੈ। ਭਾਰਤ ਸਰਕਾਰ ਨੇ ਭਾਰਤ ਵਿੱਚ ਸੱਭਿਆਚਾਰਕ ਸੈਰ ਸਪਾਟਾ ਨੂੰ ਉਤਸ਼ਾਹਿਤ ਕਰਨ ਲਈ ਸੈਰ ਸਪਾਟਾ ਅਤੇ ਸੱਭਿਆਚਾਰ ਮੰਤਰਾਲੇ ਦੀ ਸਥਾਪਨਾ ਕੀਤੀ ਹੈ। ਹਾਲ ਹੀ ਦੇ ਸਾਲਾਂ ਵਿੱਚ ਮੰਤਰਾਲੇ ਨੇ ਅਵਿਸ਼ਵਾਸੀ ਭਾਰਤ ਯਾਨੀ ਕਿ ਇਨਕ੍ਰੈਡੀਬਲ ਇੰਡੀਆ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸ ਨਾਲ ਭਾਰਤ ਵਿੱਚ ਸੱਭਿਆਚਾਰ ਦੇ ਸੈਰ ਸਪਾਟਾ ਵਿੱਚ ਵਾਧਾ ਹੋਇਆ ਹੈ। ਭਾਵ ਕਿ ਭਾਰਤੀ ਸਰਕਾਰ ਨੇ ਸੈਰ ਸਪਾਟਾ ਅਤੇ ਸੱਭਿਆਚਾਰ ਮੰਤਰਾਲੇ ਦੀ ਸਥਾਪਨਾ ਕਰਕੇ ਇੱਕ ਸੱਭਿਆਚਾਰ ਸੈਰ ਸਪਾਟਾ ਨੂੰ ਵਧਾਉਣ ਦੇ ਵਿੱਚ ਆਪਣਾ ਯੋਗਦਾਨ ਪਾਇਆ ਹੈ। ਕਲਚਰਲ ਅਟਰੈਕਸ਼ਨਸ ਇਨ ਇੰਡੀਆ ਯਾਨੀ ਕਿ ਭਾਰਤ ਦੇ ਵਿੱਚ ਜਿਹੜੀਆਂ ਸੱਭਿਆਚਾਰਿਕ ਆਕਰਸ਼ਿਤ ਕਰਦੀਆਂ ਚੀਜ਼ਾਂ ਨੇ ਉਹ ਕਿਹੜੀਆਂ ਕਿਹੜੀਆਂ ਨੇ। ਇਸ ਵਿੱਚ ਆਉਂਦਾ ਹੈ ਸਭ ਤੋਂ ਪਹਿਲਾਂ ਇਤਿਹਾਸ ਅਤੇ ਪੁਰਾਤਤਵ ਵਿਭਾਗ ਯਾਨੀ ਕਿ ਸਾਡੇ ਇਤਿਹਾਸ ਅਤੇ ਪੁਰਾਤਤਵ ਸਮਾਰਕ ਨੂੰ ਅੰਤਰਰਾਸ਼ਟਰੀ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਵਿੱਚ ਸਭ ਤੋਂ ਵੱਡੀ ਖਿੱਚ ਬਣੇ ਹੋਏ ਹਨ। ਆਰਟ ਐਂਡ ਕ੍ਰਾਫਟ, ਭਾਰਤੀ ਕਲਾ ਅਤੇ ਸ਼ਿਲਪ ਕਲਾ ਨੂੰ ਵਿਸ਼ੇਸ਼ ਅਵਧੀ ਵਿੱਚ ਸ਼੍ਰੇਣੀਬੱਧ ਕੀਤਾ ਜਾ ਸਕਦਾ ਹੈ। ਹਰ ਇੱਕ ਖਾਸ ਧਾਰਮਿਕ, ਰਾਜਨੀਤਿਕ ਅਤੇ ਸੱਭਿਆਚਾਰਿਕ ਵਿਕਾਸ ਨੂੰ ਦਰਸਾਉਂਦਾ ਹੈ। ਭਾਰਤ ਵਿੱਚ ਬੁੱਧ ਧਰਮ, ਮੁਸਲਮਾਨ, ਹਿੰਦੂ, ਈਸਾਈ ਧਰਮ, ਸਿੱਖ ਧਰਮ ਆਦਿ ਵਿਭਿੰਨ ਧਰਮਾਂ ਦੇ ਤੀਰਥ ਸਥਾਨ ਹਨ, ਜਿਵੇਂ ਕਿ ਅੰਮ੍ਰਿਤਸਰ, ਹਰਿਮੰਦਰ ਸਾਹਿਬ। ਦੇਸ਼ ਵਿਦੇਸ਼ ਤੋਂ ਯਾਤਰੀ ਸੈਲਾਨੀ ਇੱਥੇ ਆਉਂਦੇ ਹਨ, ਯਾਤਰਾ ਕਰਦੇ ਹਨ ਅਤੇ ਇੱਥੋਂ ਦੀ ਰੂਹਾਨੀਅਤ ਦਾ ਆਨੰਦ ਪ੍ਰਾਪਤ ਕਰਦੇ ਹਨ। ਪਕਵਾਨ, ਭਾਰਤ ਵਿੱਚ ਪਕਵਾਨਾਂ ਨੂੰ 3 ਵਰਗਾਂ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਹੈ। ਸਤਵ, ਰਜੇਸ਼, ਥਾਮਸ। ਸਤਵ ਜੋ ਕਿ ਸੰਤੁਲਨ ਦਾ ਪ੍ਰਤੀਕ ਹੈ, ਰਜੇਸ਼ ਜੋ ਜਨੂੰਨ ਦਾ ਪ੍ਰਤੀਕ ਹੈ, ਥਾਮਸ ਜੋ ਕਿ ਆਨੰਦ ਦਾ ਪ੍ਰਤੀਕ ਹੈ। ਭੋਜਨ ਵਿਅਕਤੀ ਦੀ ਜੀਵਨ ਸ਼ੈਲੀ ਅਨੁਸਾਰ ਖਪਤ ਹੁੰਦਾ ਹੈ। ਉਦਾਹਰਨ ਲਈ ਜਦੋਂ ਕੋਈ ਵਿਅਕਤੀ ਸਵੈ ਰਿਆਇਤਾਂ ਦੀ ਬਜਾਏ ਆਪਣੀ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਸਤਵਿਕ ਭੋਜਨ ਨੂੰ ਤਰਜੀਹ ਦੇਵੇਗਾ। ਉਸਦੇ ਮਨ ਨੂੰ ਇਹ ਭੋਜਨ ਸੰਤੁਲਿਤ ਰੱਖਣ ਦੀ ਕੋਸ਼ਿਸ਼ ਕਰੇਗਾ। ਮਿਊਜ਼ਿਕ, ਸੰਗੀਤ। ਭਾਰਤੀ ਸੰਗੀਤ ਕਈ ਪਰੰਪਰਾਵਾਂ ਅਤੇ ਖੇਤਰੀ ਸ਼ੈਲੀਆਂ ਨੂੰ ਕਵਰ ਕਰਦਾ ਹੈ। ਕਲਾਸੀਕਲ ਸੰਗੀਤ 2 ਪ੍ਰਕਾਰ ਦਾ ਹੈ, ਉੱਤਰੀ ਭਾਰਤੀ ਹਿੰਦੁਸਤਾਨੀ, ਦੱਖਣੀ ਭਾਰਤੀ ਕਰਨਾਟਿਕ ਪਰੰਪਰਾਵਾਂ ਅਤੇ ਉਹਨਾਂ ਦੇ ਖੇਤਰੀ ਲੋਕ ਸੰਗੀਤ ਦੀਆਂ ਵੱਖ-ਵੱਖ ਕਿਸਮਾਂ। ਇਸ ਵਿੱਚ ਇਹ ਸਾਰੇ ਤਰ੍ਹਾਂ ਦਾ ਸੰਗੀਤ ਜਿਹੜਾ ਹੈ ਲੋਕਾਂ ਵੱਲੋਂ ਸੁਣਿਆ ਜਾਂਦਾ ਹੈ, ਉਸ ਦਾ ਆਨੰਦ ਪ੍ਰਾਪਤ ਕੀਤਾ ਜਾਂਦਾ ਹੈ। ਫੈਸਟੀਵਲਸ ਯਾਨੀ ਕਿ ਪ੍ਰਸਿੱਧ ਤਿਉਹਾਰ। ਭਾਰਤ ਨੂੰ ਤਿਉਹਾਰਾਂ ਦਾ ਦੇਸ਼ ਕਿਹਾ ਜਾਂਦਾ ਹੈ। ਕੋਈ ਹੀ ਮਹੀਨਾ ਅਜਿਹਾ ਹੋਏਗਾ ਜਦੋਂ ਕਿ ਕੋਈ ਤਿਉਹਾਰ ਸੈਲੀਬ੍ਰੇਟ ਨਾ ਕੀਤਾ ਜਾਂਦਾ ਹੋਵੇ। ਹਰ ਤਿਉਹਾਰ ਦੀ ਆਪਣੀ ਖਾਸੀਅਤ ਹੁੰਦੀ ਹੈ, ਉਸ ਦਾ ਇਤਿਹਾਸ ਦੇ ਨਾਲ ਕੋਈ ਸੰਬੰਧ ਹੁੰਦਾ ਹੈ ਜਾਂ ਮਿਥਿਹਾਸ ਦੇ ਨਾਲ ਕੋਈ ਸੰਬੰਧ ਹੁੰਦਾ ਹੈ। ਦੀਵਾਲੀ, ਗਣੇਸ਼ ਚਤੁਰਥੀ,
थाई पोगल, होली, ओणम, विजयदशमी, दुर्गा पूजा, ईद उल फितर, बकर ईद, क्रिसमस, बुद्ध जयंती, मुहर्रम ਅਤੇ ਵਿਸਾਖੀ ਆਦਿ ਵਿਭਿੰਨ ਤਿਉਹਾਰ। ਇਹ ਤਿਉਹਾਰ ਵਿਭਿੰਨ ਧਰਮਾਂ ਦੇ ਲੋਕਾਂ ਦੁਆਰਾ ਮਨਾਏ ਜਾਂਦੇ ਹਨ, ਪਰ ਕੁਝ ਤਿਉਹਾਰ ਜਿਹੜੇ ਆ ਉਹਨਾਂ ਨੂੰ ਰਾਸ਼ਟਰੀ ਤਿਉਹਾਰਾਂ ਦਾ ਦਰਜਾ ਦਿੱਤਾ ਗਿਆ ਹੈ, ਭਾਵ ਕਿ ਉਹ ਸਮੁੱਚੇ ਦੇਸ਼ ਵਿੱਚ ਹੀ ਲੋਕਾਂ ਦੁਆਰਾ ਸੈਲੀਬ੍ਰੇਟ ਕੀਤੇ ਜਾਂਦੇ ਹਨ, ਚਾਹੇ ਕਿ ਉਹ ਕਿਸੇ ਵਿਸ਼ੇਸ਼ ਧਰਮ ਦੇ ਨਾਲ ਸੰਬੰਧ ਕਿਉਂ ਨਾ ਰੱਖਦੇ ਹੋਣ, ਜਿਵੇਂ ਕਿ ਦੀਵਾਲੀ, ਵਿਸਾਖੀ, ਹੋਲੀ ਆਦਿ। ਡਾਂਸ ਅਤੇ ਡਾਂਸ ਥੀਏਟਰ ਦੇ ਰੂਪ ਦੀ ਸ਼੍ਰੇਣੀ ਪੁਰਾਣੇ ਕਲਾਸੀਕਲ ਜਾਂ ਮੰਦਰ ਡਾਂਸ ਤੋਂ ਲੈ ਕੇ ਲੋਕ ਅਤੇ ਆਧੁਨਿਕ ਸ਼ੈਲੀ ਵਿੱਚ। ਇੱਥੇ ਸੈਂਕੜੇ ਭਾਰਤੀ ਲੋਕ ਨਾਚ ਜਿਵੇਂ ਭੰਗੜਾ, ਬਿਹੂ, ਘੂਮਰ, ਸਬਲਪੁਰੀ ਅਤੇ ਗਰਬਾ ਖੇਤਰੀ ਤਿਉਹਾਰਾਂ ਵਿੱਚ ਵਿਸ਼ੇਸ਼ ਨਾਚ ਮਨਾਏ ਜਾਂਦੇ ਹਨ। ਭਾਰਤ ਦੇ ਹਰ ਰਾਜ ਦਾ ਆਪਣਾ ਇੱਕ ਲੋਕ ਨਾਚ ਹੁੰਦਾ ਹੈ, ਜਿਵੇਂ ਕਿ ਪੰਜਾਬ ਦਾ ਲੋਕ ਨਾਚ ਗਿੱਧਾ ਅਤੇ ਭੰਗੜਾ ਹੈ, ਜਿਸ ਨੂੰ ਕਿ ਪੰਜਾਬੀ ਲੋਕ ਬਹੁਤ ਵਧੀਆ ਤਰੀਕੇ ਦੇ ਨਾਲ ਪ੍ਰਦਰਸ਼ਿਤ ਕਰਦੇ ਹਨ। ਕਲੋਥਿੰਗ ਯਾਨੀ ਕਿ ਪਹਿਰਾਵਾ। ਭਾਰਤ ਵਿੱਚ ਰਵਾਇਤੀ ਪਹਿਰਾਵਾ ਦੇਸ਼ ਦੇ ਵੱਖ-ਵੱਖ ਹਿੱਸੇ, ਸਥਾਨਿਕ ਸੱਭਿਆਚਾਰ, ਭੂਗੋਲ ਅਤੇ ਜਲਵਾਯੂ ਦੁਆਰਾ ਬਹੁਤ ਪ੍ਰਭਾਵਿਤ ਹੈ। ਪਹਿਰਾਵੇ ਦੀਆਂ ਪ੍ਰਸਿੱਧ ਸ਼ੈਲੀਆਂ ਵਿੱਚ ਔਰਤਾਂ ਲਈ ਸਾੜੀ, ਪੁਰਸ਼ਾਂ ਲਈ ਧੋਤੀ ਜਾਂ ਲੁੰਗੀ ਸ਼ਾਮਲ ਹਨ। ਇੰਪੈਕਟ ਆਫ ਕਲਚਰਲ ਟੂਰਿਜ਼ਮ। ਵਾਤਾਵਰਣੀ ਪ੍ਰਭਾਵ ਜਿਵੇਂ ਤਾਜ ਮਹਿਲ, ਕੁਤਬ ਮੀਨਾਰ, ਅਜੰਤਾ ਅਤੇ ਐਲੋਰਾ ਮੰਦਰ ਤਬਾਹ ਹੋ ਗਏ ਹੁੰਦੇ ਜੇਕਰ ਉਹਨਾਂ ਨੂੰ ਸੁਰੱਖਿਅਤ ਰੱਖਣ ਲਈ ਸੈਰ ਸਪਾਟਾ ਵਿਭਾਗ ਦੁਆਰਾ ਯਤਨ ਨਾ ਕੀਤੇ ਜਾਂਦੇ। ਸਥਾਨਕ ਸਰੋਤਾਂ ਦੀ ਕਮੀ। ਸੈਰ ਸਪਾਟਾ ਸਥਾਨਕ ਸਰੋਤਾਂ ਜਿਨ੍ਹਾਂ ਦੀ ਘੱਟ ਸਪਲਾਈ ਲਈ ਦਬਾਅ ਪੈਦਾ ਕਰ ਸਕਦਾ ਹੈ, ਜਿਵੇਂ ਕਿ ਐਨਰਜੀ, ਫੂਡ ਅਤੇ ਰਾਅ ਮਟੀਰੀਅਲ। ਸੱਭਿਆਚਾਰਿਕ ਪ੍ਰਭਾਵ। ਵਿਦੇਸ਼ੀ ਮੁਦਰਾ ਦੀ ਕਮਾਈ ਦਾ ਸਰੋਤ। ਸੈਰ ਸਪਾਟਾ ਭਾਰਤ ਵਿੱਚ ਵਿਦੇਸ਼ੀ ਕਰੰਸੀ ਦੀ ਕਮਾਈ ਦਾ ਸਰੋਤ ਹੈ। ਅਣਚਾਹੇ ਸਮਾਜਿਕ ਤੇ ਸੱਭਿਆਚਾਰਿਕ ਤਬਦੀਲੀ। ਸੈਰ ਸਪਾਟਾ ਕਈ ਵਾਰ ਕਿਸੇ ਕਮਿਊਨਿਟੀ ਦੇ ਸਮਾਜਿਕ ਤਾਣੇ ਬਾਣੇ ਦਾ ਵਿਸ਼ਵਾਸ ਕਰ ਦਿੰਦੀ ਹੈ। ਜਿੰਨੇ ਜ਼ਿਆਦਾ ਸੈਲਾਨੀ ਕਿਸੇ ਜਗ੍ਹਾ 'ਤੇ ਆਉਣਗੇ, ਉਨੇ ਹੀ ਜ਼ਿਆਦਾ ਉਸ ਜਗ੍ਹਾ ਦੀ ਪਛਾਣ ਹੋਣ ਦਾ ਜੋਖਮ। ਉਦਾਹਰਨ ਦੇ ਤੌਰ 'ਤੇ ਗੋਆ 60ਵੀਆਂ ਦੇ ਅਖੀਰ ਤੋਂ ਲੈ ਕੇ 80 ਦੇ ਦਹਾਕੇ ਦੇ ਆਰੰਭ ਤੱਕ, ਜਦੋਂ ਹਿੱਪੀ ਸੱਭਿਆਚਾਰ ਸਿਖਰਾਂ 'ਤੇ ਸੀ, ਗੋਆ ਅਜਿਹੇ ਹਿੱਪੀਆਂ ਲਈ ਪਨਾਹਗਾਹ ਸੀ। ਇੱਥੇ ਉਹ ਹਜ਼ਾਰਾਂ ਵਿੱਚ ਆ ਗਏ ਅਤੇ ਰਾਜ ਦੇ ਪੂਰੇ ਸੱਭਿਆਚਾਰ ਨੂੰ ਬਦਲ ਦਿੱਤਾ, ਜਿਸ ਨਾਲ ਨਸ਼ਿਆਂ ਦੀ ਵਰਤੋਂ, ਵੇਸਵਾਗਮਨੀ, ਮਨੁੱਖੀ ਤਸਕਰੀ ਵਿੱਚ ਵਾਧਾ ਹੋਇਆ। ਇਸ ਦਾ ਦੇਸ਼ 'ਤੇ ਪ੍ਰਭਾਵਸ਼ਾਲੀ ਪ੍ਰਭਾਵ ਪਿਆ। ਸੋਸ਼ਲ ਇਫੈਕਟ। ਸਰਕਾਰੀ ਮਾਲੀਆ ਲਈ ਯੋਗਦਾਨ। ਸੈਰ ਸਪਾਟਾ ਵਿਭਾਗ ਦੁਆਰਾ ਭਾਰਤ ਸਰਕਾਰ ਦੂਰ ਦੁਰਾਡੇ ਅਤੇ ਅਸਿੱਧੇ ਤਰੀਕਿਆਂ ਨਾਲ ਪੈਸਾ ਇਕੱਠਾ ਕਰਦੀ ਹੈ। ਉਪਭੋਗਤਾਵਾਂ, ਫੀਸਾਂ, ਆਮਦਨੀ ਟੈਕਸਾਂ, ਕਿਰਾਏ ਦੇ ਮਨੋਰੰਜਨ ਸਾਧਨ, ਰਾਫਟਿੰਗ ਲਾਇਸੈਂਸ, ਫੀਸ ਜਿਵੇਂ ਕਿ ਮੱਛੀਆਂ ਫੜਨ ਆਦਿ 'ਤੇ ਉਹਨਾਂ ਨੂੰ ਇੱਥੋਂ ਮੁਨਾਫਾ ਮਿਲਦਾ ਹੈ। ਉਹਨਾਂ ਦੀ ਕਮਾਈ ਹੁੰਦੀ ਹੈ ਜੋ ਕਿ ਆਰਥਿਕ ਪੱਧਰ ਨੂੰ ਹੋਰ ਉੱਚਾ ਚੁੱਕਦੀ ਹੈ। ਆਰਥਿਕ ਪ੍ਰਭਾਵ। ਆਮਦਨੀ ਅਤੇ ਰੁਜ਼ਗਾਰ ਪੈਦਾ ਕਰਨਾ, ਗਰੀਬੀ ਖਤਮ ਕਰਨਾ, ਟਿਕਾਊ ਮਨੁੱਖੀ ਵਿਕਾਸ ਦੇ ਸਾਧਨ ਵਜੋਂ ਉੱਭਰ ਕੇ ਆਇਆ ਹੈ। ਸੈਰ ਸਪਾਟਾ ਇਹ ਰਾਸ਼ਟਰੀ GDP ਵਿੱਚ 6.23% ਅਤੇ ਭਾਰਤ ਵਿੱਚ ਕੁੱਲ ਰੁਜ਼ਗਾਰ 8.78% ਯੋਗਦਾਨ ਪਾਉਂਦਾ ਹੈ। ਭਾਰਤ ਦੇ ਸੈਰ ਸਪਾਟਾ ਉਦਯੋਗ ਵਿੱਚ ਹੁਣ ਤਕਰੀਬਨ 20 ਮਿਲੀਅਨ ਲੋਕ ਕੰਮ ਕਰ ਰਹੇ ਹਨ। ਭਾਰਤ ਨੂੰ ਅੱਗੇ ਵਧਾਉਣ ਦੇ ਤੌਰ 'ਤੇ ਅਨੁਕੂਲ ਟੂਰਿਜ਼ਮ 'ਤੇ ਵਧੇਰੇ ਧਿਆਨ ਦੇਣਾ ਚਾਹੀਦਾ ਹੈ। ਸਾਡੇ ਅਮੀਰ ਅਤੇ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਲਈ ਸੈਰ ਸਪਾਟਾ ਸਥਾਨਾਂ ਦੀ ਜਗ੍ਹਾ ਬਣਨ ਲਈ ਮੁੜ ਬਣਾਇਆ ਜਾ ਸਕਦਾ ਹੈ। ਸੋ ਭਾਰਤ ਸੱਭਿਆਚਾਰਿਕ ਸੈਰ ਸਪਾਟਾ ਸਰੋਤ ਲਈ ਇੱਕ ਅਮੀਰ ਦੇਸ਼ ਹੈ। ਭਾਰਤ ਵਿੱਚ ਸੱਭਿਆਚਾਰਿਕ ਸੈਰ ਸਪਾਟਾ ਸਰੋਤਾਂ ਵਿੱਚ ਵੱਖ-ਵੱਖ ਧਰਮਾਂ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕਾਂ ਲਈ ਪੁਰਾਤਨ ਮੰਦਰ, ਪਵਿੱਤਰ ਤੀਰਥ ਸਥਾਨ ਹਨ। ਕੁਝ ਸਥਾਨ ਅਜਿਹੇ ਹਨ ਜੋ ਕਦੇ ਸੰਤਾਂ ਦੇ ਆਸ਼ਰਮ ਸਨ। ਅਜਿਹੇ ਤੀਰਥ ਸਥਾਨਾਂ ਉੱਤੇ
ਹਰ ਸਾਲ ਲੱਖਾਂ ਸ਼ਰਧਾਲੂ ਮੱਥਾ ਟੇਕਦੇ ਹਨ। ਇਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਇਸ ਕਰਕੇ ਇਹ ਹੋਰ ਸੈਲਾਨੀ ਕੇਂਦਰਾਂ ਨਾਲੋਂ ਵਿਸ਼ੇਸ਼ ਤੌਰ 'ਤੇ ਦਿਖਾਏ ਜਾਂਦੇ ਹਨ। ਤਸਵੀਰਾਂ, ਚਿੰਨ੍ਹ, ਭਿੰਨ-ਭਿੰਨ ਵਸਤੂ ਕਲਾ ਅਤੇ ਲੋਕ ਕਥਾਵਾਂ ਨੇ ਪੁਰਾਤਨ ਮੰਦਰਾਂ ਨੂੰ ਜਨਮ ਦਿੱਤਾ, ਜੋ ਅੱਜ ਉਤਸੁਕ ਸੈਲਾਨੀਆਂ ਦੇ ਆਕਰਸ਼ਣ ਦਾ ਕੇਂਦਰ ਹਨ। ਭਾਰਤ ਦੇ ਇੱਕ ਸਥਾਨ ਤੋਂ ਦੂਸਰੇ ਸਥਾਨ 'ਤੇ ਜਾਂਦੇ ਹੋਏ ਮੰਦਰਾਂ ਦੇ ਸਮਾਰਕਾਂ ਅਤੇ ਇਮਾਰਤਾਂ ਦੀਆਂ ਕਲਾਕ੍ਰਿਤੀਆਂ ਬਦਲਦੀਆਂ ਰਹਿੰਦੀਆਂ ਹਨ। ਉਦਾਹਰਨ ਵਜੋਂ ਲੱਦਾਖ ਅਤੇ ਸਿੱਕਮ ਦਾ ਗੋਂਪਾ ਯਾਨੀ ਬੋਧੀ ਸੱਚ, ਤਾਮਿਲਨਾਡੂ ਦੇ ਗੁੰਝਲਦਾਰ ਹਿੰਦੂ ਮੰਦਰਾਂ ਦੇ ਨਾਲ ਗੋਪੁਰਮ ਅਤੇ ਹੋਰ ਦੱਖਣੀ ਰਾਜ। ਹਿੰਦੂਆਂ ਨੇ ਦੇਸ਼ ਦੇ ਹਰ ਕੋਨੇ ਵਿੱਚ ਤੀਰਥ ਸਥਾਨ ਬਣਾਉਣ ਲਈ ਬੜੀ ਹੀ ਸੂਝ-ਬੂਝ ਨਾਲ ਦਿਸ਼ਾ ਦਾ ਪ੍ਰਯੋਗ ਕੀਤਾ। ਧਾਰਮਿਕ ਸਥਾਨਾਂ ਵਿੱਚੋਂ ਉੱਚਤਮ ਤੌਰ 'ਤੇ 4 ਥਾਵਾਂ ਹਨ ਜਿਨ੍ਹਾਂ ਨੂੰ ਧਾਮ ਕਹਿੰਦੇ ਹਨ। ਇਹਨਾਂ ਉੱਤੇ ਜ਼ਿੰਦਗੀ ਵਿੱਚ ਇੱਕ ਵਾਰ ਵੀ ਤੀਰਥ ਕਰਨ ਨੂੰ ਇਨਸਾਨ ਦੀ ਤਪੱਸਿਆ ਵਿੱਚ ਵੱਡੀ ਉਪਲਬਧੀ ਮੰਨਿਆ ਜਾਂਦਾ ਹੈ। ਜਿਵੇਂ ਕਿ ਉੱਤਰ ਵਿੱਚ ਬਦਰੀਨਾਥ, ਦੱਖਣ ਵਿੱਚ ਰਾਮੇਸ਼ਵਰ, ਪੱਛਮੀ ਤੀਰਥ ਸਥਾਨਾਂ ਵਿੱਚ ਦੁਆਰਕਾ, ਪੂਰਬ ਵਿੱਚ ਪੁਰੀ, ਦੱਖਣ ਵਿੱਚ ਕਾਂਚੀਪੁਰਮ, ਵਾਰਾਣਸੀ, ਕਾਂਚੀ, ਉਜੈਨ, ਅਵੰਤਿਕਾਪੁਰੀ ਅਤੇ ਅਯੁੱਧਿਆਪੁਰੀ ਕੇਂਦਰ ਵਿੱਚ ਅਤੇ ਪੱਛਮ ਵਿੱਚ ਦਵਾਰਕਾਪੁਰੀ। ਮਿਥਿਹਾਸਿਕ ਸ਼ਬਦਾਵਲੀ ਵਿੱਚ ਪੂਰੇ ਭਾਰਤ ਵਿੱਚ 12 ਸਭ ਤੋਂ ਪਵਿੱਤਰ ਸ਼ਿਵ ਮੰਦਰ ਹਨ। ਇਹਨਾਂ ਨੂੰ 51 ਥਾਵਾਂ ਦੇ ਨਾਂ ਦੇ ਕੇ ਸ਼ਕਤੀਪੀਠ ਵਜੋਂ ਮੰਨਿਆ ਜਾਂਦਾ ਹੈ। ਸ਼ਰਧਾਲੂਆਂ ਵੱਲੋਂ ਵੱਖ-ਵੱਖ ਦੇਵੀਆਂ ਦੀ ਪੂਜਾ ਕੀਤੀ ਜਾਂਦੀ ਹੈ ਜੋ ਸ਼ਕਤੀ ਦਾ ਪ੍ਰਤੀਕ ਮੰਨੇ ਜਾਂਦੇ ਹਨ। ਮਥੁਰਾ ਬਿੰਦਰਾਵਨ ਇੱਕ ਹੋਰ ਮਸ਼ਹੂਰ ਤੀਰਥ ਸਥਾਨ ਹੈ ਕਿਉਂਕਿ ਇਸ ਦਾ ਸੰਬੰਧ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜੀਵਨ ਨਾਲ ਜੁੜਿਆ ਹੋਇਆ ਹੈ। ਵਿਚਾਰਾਂ ਵਿੱਚ ਲਚਕਤਾ ਨੇ ਬਹੁਤ ਗਿਣਤੀ ਵਿੱਚ ਸੰਪਰਦਾਵਾਂ ਅਤੇ ਹਿੰਦੂ ਧਾਰਮਿਕ ਤੀਰਥ ਸਥਾਨਾਂ ਨੂੰ ਜਨਮ ਦਿੱਤਾ। ਪੁਰਾਤਨ ਮੰਦਰਾਂ ਨੇ ਕਈ ਅਲੌਕਿਕ ਦਿਸ਼ਾ, ਪਹਾੜੀ ਸਿਖਰਾਂ, ਨਦੀਆਂ ਦੇ ਸੰਗਮ, ਨਦੀ ਜਾਂ ਝੀਲ ਦੇ ਦ੍ਰਿਸ਼, ਟਾਪੂ, ਜੰਗਲ ਦੇ ਵਿੱਚ ਝੁੰਡ ਦੇ ਆਲੇ-ਦੁਆਲੇ ਪੂਰਾ ਸ਼ਹਿਰ ਵਸਾਇਆ ਅਤੇ ਫੈਲਾਇਆ। ਅਗਲੇ ਕ੍ਰਮ ਵਿੱਚ ਇਤਿਹਾਸਿਕ ਸ਼ਹਿਰ, ਪੁਰਾਤਨ ਸ਼ਹਿਰਾਂ ਦੇ ਖੰਡਰ ਅਤੇ ਗੁਫਾਵਾਂ ਵਿੱਚ ਪੱਥਰ ਕੱਟ ਨਮੂਨੇ ਦੇ ਮੰਦਰ ਹਨ। ਇਹ ਵੱਡੇ ਕਮਰਿਆਂ ਦੇ ਅਵਸ਼ੇਸ਼ ਹਨ ਜਾਂ ਚਤੈਪਾ, ਸਤੂਪ, ਟਾਵਰ ਅਤੇ ਬੋਧੀ ਥਾਵਾਂ ਦੇ ਪੂਜਾ ਸਥਾਨਾਂ ਦੇ ਮਿਹਰਾਬ ਭਾਵ ਗੁੰਬਦ ਹਨ। ਇੱਥੇ ਮੰਦਰ ਦੇ ਉਹ ਦ੍ਰਿਸ਼ ਹਨ ਜੋ ਅਰਧ ਜਾਂ ਪੂਰੀ ਤਰ੍ਹਾਂ ਸਮੁੰਦਰ ਵਿੱਚ ਜਲਮਗਨ ਹੋ ਚੁੱਕੇ ਹਨ ਜਾਂ ਖੰਡਰ ਬਣ ਚੁੱਕੇ ਹਨ। ਕੁਝ ਅਜਿਹੀਆਂ ਥਾਵਾਂ ਉੱਤੇ ਕੁਝ ਨਵੇਂ ਮੰਦਰ ਜਾਂ ਪੀਠ ਬਣਾਏ ਗਏ ਹਨ। ਇੱਥੇ ਅੱਜ ਵੀ ਅਨੁਯਾਈ ਜਾਂ ਵਿਦੇਸ਼ੀ ਸੈਲਾਨੀ ਪੂਜਾ ਲਈ ਆਉਂਦੇ ਹਨ। ਗੌਤਮ ਬੁੱਧ ਦੀ ਜ਼ਿੰਦਗੀ ਨਾਲ ਜੁੜੀਆਂ ਹੋਈਆਂ ਥਾਵਾਂ ਬਿਹਾਰ ਅਤੇ ਨਾਲ ਲੱਗਦੇ ਖੇਤਰ ਹਨ। ਇਹ ਸਥਾਨਕ ਘਰੇਲੂ ਸੈਲਾਨੀਆਂ ਜਾਂ ਅੰਤਰਰਾਸ਼ਟਰੀ ਸੈਲਾਨੀਆਂ ਦੇ ਆਕਰਸ਼ਣ ਦੇ ਕੇਂਦਰ ਹਨ। ਭਾਰਤ ਨੂੰ ਗੋਆ ਅਤੇ ਕੇਰਲਾ ਵਿੱਚ ਪੁਰਾਤਨ ਗਿਰਜਾ ਘਰਾਂ ਨੂੰ ਸੰਭਾਲਣ ਅਤੇ ਜੀਓ ਅਤੇ ਪਾਰਸੀਆਂ ਦੇ ਪੂਜਾ ਸਥਾਨਾਂ ਦੇ ਕੇਂਦਰਾਂ ਨੂੰ ਸੰਭਾਲਣ ਵਿੱਚ ਮਾਣ ਮਹਿਸੂਸ ਹੁੰਦਾ ਹੈ। ਦੋ ਮਹਾਨ ਖੰਡਰ ਸ਼ਹਿਰ ਹਮੇਸ਼ਾ ਤੋਂ ਨੰਬਰ 1 ਸੈਲਾਨੀ ਆਕਰਸ਼ਣ ਕੇਂਦਰ ਰਹੇ ਹਨ। ਇੱਕ ਕਰਨਾਟਕ ਵਿੱਚ ਹੰਪੀ ਅਤੇ ਦੂਸਰਾ ਉੱਤਰ ਪ੍ਰਦੇਸ਼ ਵਿੱਚ ਆਗਰਾ ਕੋਲ ਫਤਿਹਪੁਰ ਸੀਕਰੀ। ਹੰਪੀ ਦੇ ਖੰਡਰ ਡੈਕਨ ਪਠਾਰ ਦੀਆਂ ਪੁਰਾਤਨ ਚਟਾਨਾਂ 'ਚੋਂ ਬਣਾਏ ਗਏ ਹਨ। ਇਹਨਾਂ ਵਿੱਚ ਪੈਲਸਾਂ ਦੇ ਅੰਸ਼, ਮੰਦਰ, ਮਾਰਕੀਟਿੰਗ, ਤੁੰਗਭਦਰਾ ਨਦੀ ਦੇ ਕਿਨਾਰਿਆਂ ਕੋਲ ਪਾਣੀ ਦੇ ਜਲ ਸਰੋਤ ਹਨ। ਇਹ 2 ਸਦੀਆਂ ਲਈ ਮਹਾਨ ਵਿਜੇਨਗਰ ਸਾਮਰਾਜ ਦੀ ਰਾਜਧਾਨੀ ਰਹੀ। ਇਹ ਸਾਮਰਾਜ ਅਰਬੀਅਨ ਸਾਗਰ ਦੇ ਕੰਢਿਆਂ ਤੋਂ ਬੰਗਾਲ ਦੀ ਖਾੜੀ ਤੱਕ ਫੈਲਿਆ ਅਤੇ ਗੋਆ ਨੂੰ ਵੀ ਸਾਮਰਾਜ ਵਿੱਚ ਮਿਲਾਇਆ। ਇਹ ਕਿਲੇ ਰਾਜਪੂਤ, ਮੁਗਲਾਂ, ਮਰਾਠਿਆਂ ਅਤੇ ਹੋਰ ਆਪਣੇ ਸਮੇਂ ਦੇ ਸ਼ਕਤੀਸ਼ਾਲੀ ਸ਼ਾਸਕਾਂ ਦੁਆਰਾ ਆਪਣੀਆਂ ਸੈਨਿਕ ਜ਼ਰੂਰਤਾਂ ਅਤੇ ਆਪਣੀ ਸ਼ਾਨ ਲਈ ਬਣਵਾਏ ਗਏ।
ਭਾਰਤੀ ਸੱਭਿਆਚਾਰ ਦੀ ਮਹੱਤਤਾ ਦੇ ਨਿਗਰਾਨ ਉਸਦੇ ਅਜਾਇਬ ਘਰ, ਕਲਾ ਭਵਨ ਅਤੇ ਕਲਾ ਕੇਂਦਰ ਹਨ। ਭਾਰਤ ਵਿੱਚ ਸੈਲਾਨੀਆਂ ਦੇ ਰਹਿਣ ਅਤੇ ਸਸਤੇ ਹੋਟਲਾਂ ਤੋਂ ਲੈ ਕੇ 5 ਸਟਾਰ ਹੋਟਲਾਂ ਤੱਕ ਦੀਆਂ ਸਹੂਲਤਾਂ ਹਨ। ਹਾਈਵੇ ਉੱਤੇ ਯਾਨੀ ਕਿ ਰਾਸ਼ਟਰੀ ਮਾਰਗ ਉੱਤੇ ਮੋਟਲ ਵੀ ਵੇਖੇ ਜਾ ਸਕਦੇ ਹਨ। ਭਾਰਤੀ ਸੈਲਾਨੀਆਂ ਲਈ ਦੇਖਣਯੋਗ ਥਾਵਾਂ ਹਵਾਈ ਸੇਵਾਵਾਂ, ਪਾਣੀ, ਸੜਕ ਅਤੇ ਰੇਲ ਰਸਤਿਆਂ ਨਾਲ ਆਪਸ ਵਿੱਚ ਜੁੜੇ ਹੋਏ ਹਨ। ਭਾਰਤੀ ਸੈਰ ਸਪਾਟਾ ਸੈਕਟਰ ਨੇ ਕਈ ਸੈਲਾਨੀ ਟ੍ਰੇਨਾਂ ਚਲਾਈਆਂ ਹਨ, ਜਿਨ੍ਹਾਂ ਵਿੱਚ ਕੁਝ ਮਹੱਤਵਪੂਰਨ ਹਨ: ਮਹਾਰਾਜਾ ਪੈਲੇਸ ਔਨ ਵਹੀਲਸ, ਰਾਇਲ ਓਰੀਐਂਟ, ਮਹਾਪਰੀ ਨਿਰਵਾਣ ਐਕਸਪ੍ਰੈਸ ਆਦਿ। ਇਸ ਦੇ ਨਾਲ ਪਰਬਤਮਾਲਾ ਵਿੱਚ ਕੁੱਲ ਛੋਟੀਆਂ ਟ੍ਰੇਨਾਂ ਵੀ ਬਣਾਈਆਂ ਗਈਆਂ ਹਨ। ਸੋ ਕਹਿ ਸਕਦੇ ਹਾਂ ਕਿ ਭਾਰਤ ਵਿੱਚ ਸੈਰ ਸਪਾਟਾ ਕੰਪਨੀ ਨੂੰ ਸਹਾਰਾ ਦੇਣ ਲਈ ਬਹੁ ਗਿਣਤੀ ਵਿੱਚ ਸੈਰ ਸਪਾਟਾ ਸੱਭਿਆਚਾਰਕ ਸਰੋਤ ਹਨ। ਸੋ ਇਹ ਤਾਂ ਸੀ ਅੱਜ ਦਾ ਟੌਪਿਕ, ਭਾਰਤ ਵਿੱਚ ਸੱਭਿਆਚਾਰਿਕ ਸੈਰ ਸਪਾਟਾ ਸਰੋਤ ਅਤੇ ਉਹਨਾਂ ਦੀ ਅਹਿਮੀਅਤ। ਉਮੀਦ ਕਰਦੀ ਹਾਂ ਕਿ ਸਾਰੇ ਸਟੂਡੈਂਟਸ ਨੂੰ ਇਸ ਟੌਪਿਕ ਦੀ ਚੰਗੇ ਤਰੀਕੇ ਦੇ ਨਾਲ ਸਮਝ ਆਈ ਹੋਏਗੀ। ਸੋ ਥੈਂਕਸ ਫॉर ਵਾਚਿੰਗ।